ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੋਵੇਗਾ। ਇਹ ਵੀ ਉਮੀਦ ਹੈ ਕਿ ਤੁਹਾਡੇ ਪਰਿਵਾਰ ਦਾ ਹਰ ਇੱਕ ਮੈਂਬਰ ਅਰਥਾਂ ਸਮੇਤ ਸਹਿਜ ਪਾਠ ਕਰ ਰਿਹਾ ਹੋਵੇਗਾ। ਇਹ ਵੀ ਉਮੀਦ ਹੈ ਤੁਹਾਡੇ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ। ਪਰ ਤੁਹਾਡੇ ਭਰਾ ਦੇ ਪਰਿਵਾਰ ਵਿੱਚ, ਭੈਣਾਂ ਦੇ ਪਰਿਵਾਰਾਂ ਵਿੱਚ, ਤੁਹਾਡੇ ਚਾਚੇ ਤਾਏ ਦੇ ਪਰਿਵਾਰਾਂ ਵਿੱਚ, ਮਾਮੇ ਭੂਆ ਦੇ ਪਰਿਵਾਰਾਂ ਵਿੱਚ, ਨਾਨਕੇ ਦਾਦਕੇ ਕੋਈ ਐਸਾ ਤਾਂ ਨਹੀਂ ਜਿਹੜਾ ਅਰਥਾਂ ਸਮੇਤ ਸਹਿਜ ਪਾਠ ਕਰਨ ਤੋਂ ਰਹਿ ਗਿਆ ਹੋਵੇ। ਮਾਰੋ ਨਜ਼ਰ ਚਾਰ ਚੁਫੇਰੇ, ਤੁਹਾਡੇ ਕਿੰਨੇ ਮਿੱਤਰ ਦੋਸਤ ਨੇ? ਤੁਹਾਡੇ ਹਰ ਮਿੱਤਰ ਦੋਸਤ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਕਿ ਨਹੀਂ? ਤੁਹਾਡੇ ਮਿੱਤਰਾਂ ਦੋਸਤਾਂ ਦੇ ਪਰਿਵਾਰ ਦੇ ਵਿੱਚ ਹਰ ਮੈਂਬਰ ਨੇ, ਹਰ ਬੱਚੇ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ? ਨਜ਼ਰ ਮਾਰੋ, ਯਤਨ ਕਰੋ, ਹੰਬਲਾ ਮਾਰੋ। ਤੁਹਾਡੇ ਬੱਚਿਆਂ ਦਾ ਕਿੰਨਾ ਪਰਿਵਾਰਾਂ ਦੇ ਬੱਚਿਆਂ ਨਾਲ ਉੱਠਣਾ ਬੈਠਣਾ ਹੈ? ਅਗਰ ਉਹ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰਨ ਲੱਗ ਜਾਣਗੇ ਤਾਂ ਸਾਰੇ ਬੱਚਿਆਂ ਦਾ ਇੱਕ ਦੂਸਰੇ ਨੂੰ ਹੁਲਾਰਾ ਮਿਲੇਗਾ। ਮਾਰੋ ਝਾਤੀ ਚਾਰ ਚੁਫੇਰੇ, ਕਰੋ ਯਤਨ, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਉਣੀ ਹੈ। ਹਰ ਗੁਰਸਿੱਖ ਦਾ ਫਰਜ਼ ਹੈ, ਹਰ ਇੱਕ ਨੇ ਯਤਨ ਕਰਨਾ ਹੈ। ਕੋਸ਼ਿਸ਼ ਕਰੋ ਕੋਈ ਵੀ ਵਾਂਝਾ ਨਾ ਰਹਿ ਸਕੇ। ਇਹ ਆਵਾਜ਼ ਖੁਦ ਅਰਥਾਂ ਸਮੇਤ ਸਹਿਜ ਕਰੋ, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਇੱਕ ਗੁਰੂ ਦੀ ਲਹਿਰ ਹੈ, ਇੱਕ ਕੌਮ ਦੀ ਲਹਿਰ ਹੈ। ਗੁਰੂ ਪੰਥ ਇੱਕ ਪਰਿਵਾਰ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਹੈ। ਸਾਰੇ ਯਤਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 231 ਦੇ ਉੱਪਰ ਅੰਕਿਤ ਗੌੜੀ ਰਾਗ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਨੇ। ਤੀਸਰੇ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ। ਗੌੜੀ ਮਹੱਲਾ ਤੀਜਾ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ 8 ਪਦਿਆਂ ਵਾਲੇ ਸ਼ਬਦ ਦੇ ਵਿੱਚ ਸਾਨੂੰ ਸਿਖਾ ਰਹੇ ਨੇ। ਬ੍ਰਹਮਾ ਵੇਦ ਪੜ੍ਹੈ, ਵਾਦ ਵਿਖਾਣੈ। ਬ੍ਰਹਮਾ ਜੀ ਦੇ ਉਚਾਰਨ ਕੀਤੇ ਹੋਏ ਵੇਦਾਂ ਨੂੰ ਪੜ੍ਹਦੇ ਨੇ, ਅੱਗੋਂ ਉਹਨੂੰ ਐਕਸਪਲੇਨ ਕਰਦੇ ਨੇ, ਉਹਦੀ ਵਿਆਖਿਆ ਕਰਦੇ ਨੇ, ਵਿਖਿਆਨ ਕਰਦੇ ਨੇ। ਪਰ ਵਿਖਿਆਨ ਕਰਦਿਆਂ ਅੰਦਰ ਵਾਦ, ਇੱਕ ਦੂਸਰੇ ਨੂੰ ਉੱਚਾ ਨੀਵਾਂ, ਝਗੜਾ, ਬਹਿਸ ਮੁਬਾਸੇ ਕਰਦੇ ਨੇ। ਇਹ ਕੋਈ ਪੁਆਇੰਟ ਆਊਟ ਨਹੀਂ ਕੀਤਾ ਗਿਆ ਹਿੰਦੂ ਧਰਮ ਨੂੰ। ਉਸ ਵਰਤਾਰੇ ਵਿੱਚੋਂ ਸਾਰਿਆਂ ਨੂੰ ਸਿਖਾਇਆ ਗਿਆ, ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਉਹ ਸਿੱਖਿਆ ਸਾਰਿਆਂ ਲਈ ਹੁੰਦੀ ਹੈ। ਅਗਰ ਧਾਰਮਿਕ ਗ੍ਰੰਥ ਉਹਦੇ ਵਿੱਚੋਂ ਕੁਝ ਗਿਆਨ ਪ੍ਰਾਪਤ ਕੀਤਾ ਹੈ ਤੇ ਉਸ ਗਿਆਨ ਨੂੰ ਤੁਸੀਂ ਝਗੜਾ, ਵਾਦ ਵਿਵਾਦ ਦਾ ਵਿਸ਼ਾ ਬਣਾਓਗੇ ਤੇ ਫਿਰ ਅਸਲੀ ਮਕਸਦ ਨਹੀਂ ਸਮਝਿਆ। ਜਿਵੇਂ ਪਿਛਲੇ ਐਪੀਸੋਡ ਦੀ ਪਹਿਲੀ ਪੰਕਤੀ ਸੀ, ਧਰਮ ਪੜ੍ਹੋ, ਉਹਨੂੰ ਸਿੱਖੋ, ਆਪਣੀ ਜ਼ਿੰਦਗੀ ਦੇ ਕਰਤੱਵ ਨੂੰ, ਫਰਜ਼ ਨੂੰ। ਜਦੋਂ ਕੋਈ ਗੁਰਬਾਣੀ ਦੀ ਸੰਥਿਆ ਲੈਂਦਾ ਹੈ, ਥੋੜ੍ਹਾ ਜਿਹਾ ਸ਼ੁੱਧ ਉਚਾਰਨ ਸਿੱਖ ਜਾਂਦਾ ਹੈ, ਫਿਰ ਉਹ ਦੂਸਰਿਆਂ ਨਾਲ ਬਹਿਸ ਮੁਬਾਸੇ ਨਹੀਂ ਕਰੀਦੇ ਕਿ ਤੈਨੂੰ ਪੜ੍ਹਨਾ ਹੀ ਨਹੀਂ ਆਉਂਦਾ, ਵੀ ਤੂੰ ਗਲਤ ਪੜ੍ਹਤਾ ਜੀ, ਇੱਦਾਂ ਕਰ ਦਿੱਤਾ। ਫਿਰ ਕੀ ਹੋ ਗਿਆ? ਸ਼ੁੱਧ ਉਚਾਰਨ ਆ ਗਿਆ, ਫਿਰ ਕੀ ਹੋ ਗਿਆ? ਹਾਲੇ ਤਾਂ ਬਹੁਤ ਕੁਝ ਪਿਆ ਹੈ, ਹਾਲੇ ਤਾਂ ਸੋਚ ਸੁਭਾਅ ਨੂੰ ਪਰਚੋਲਣਾ ਹੈ, ਸੋਚ ਸੁਭਾਅ ਨੂੰ ਸੰਵਾਰਨਾ ਹੈ। ਅਗਰ ਵਾਦ ਵਿਵਾਦ ਵਿੱਚ ਪੈ ਰਿਹਾ ਨਾ, ਦੂਸਰੇ ਨੂੰ ਨੀਵਾਂ ਦਿਖਾਉਣਾ, ਆਪਣੇ ਆਪ ਨੂੰ ਉੱਚਾ ਸ਼ੋਅ ਕਰਨਾ, ਵੈਰ ਵਿਰੋਧ ਧੜੇਬੰਦੀਆਂ ਵਿੱਚ ਜੇ ਪੈਣਾ ਹੈ ਨਾ, ਇਹਦਾ ਮਤਲਬ ਅੰਤਰ ਤਾਮਸ,
ਆਪ ਨਾ ਪਛਾਣੈ, ਅੰਦਰ ਤਮੋ ਗੁਣ ਬੈਠਾ ਹੈ। ਦੂਸਰੇ ਨੂੰ ਨੀਵਾਂ ਦਿਖਾਉਣ ਦੇ ਵਿੱਚੋਂ ਵੀ ਉਹਦਾ ਇੱਕ ਰਾਸ ਹੈ, ਉਹ ਲੋਭ ਹੈ ਉਸ ਰਾਸ ਦਾ। ਆਪਣੇ ਆਪ ਨੂੰ ਚੰਗਾ ਸਿੱਧ ਕਰਨ ਦਾ ਵੀ ਇੱਕ ਰਾਸ ਹੈ, ਉਹਦਾ ਵੀ ਇੱਕ ਲੋਭ ਹੈ। ਧੜੇਬੰਦੀਆਂ ਦੇ ਵਿੱਚ ਆਪਣੇ ਧੜੇ ਨੂੰ, ਆਪਣੀ ਸੰਸਥਾ ਨੂੰ, ਆਪਣੀ ਜਥੇਬੰਦੀ ਨੂੰ ਚੰਗਾ ਸ਼ੋਅ ਕਰਨਾ, ਇਹ ਕਹਿਣਾ ਕਿ ਇਹ ਧੜੇਬੰਦੀ ਤਾਂ ਕਦੀ ਗਲਤੀ ਨਹੀਂ ਹੋ ਸਕਦੀ, ਇਹਦੇ 'ਚ ਤਾਂ ਕੋਈ ਇਹਦੇ ਤੋਂ ਤਾਂ ਭੁੱਲਾਂ ਹੀ ਨਹੀਂ ਹੋਈਆਂ, ਇਹ ਤਾਂ ਕਦੀ ਕਮਜ਼ੋਰੀਆਂ ਹੀ ਨਹੀਂ ਹੋਈਆਂ। ਜੇ ਕੋਈ ਉਸਦੀ ਕਮਜ਼ੋਰੀ ਦੱਸੇ ਤੇ ਉਹਦੇ ਗਾਲੀ ਪੈ ਜਾਣਾ ਹੈ। ਇਹ ਅੰਦਰ ਤਾਮਸ ਹੈ, ਤਮੋ ਗੁਣ ਹੈ ਅੰਦਰ। ਹਰ ਮਨੁੱਖ ਦੇ ਵਿੱਚ, ਹਰ ਸੰਸਥਾ ਦੇ ਵਿੱਚ, ਹਰ ਜਥੇਬੰਦੀ ਦੇ ਵਿੱਚ ਚੰਗਿਆਈਆਂ, ਬੁਰਿਆਈਆਂ ਇਹ ਚੱਲਦੀਆਂ ਰਹਿੰਦੀਆਂ ਨੇ। ਜਦੋਂ ਕੋਈ ਇੱਥੇ ਕਿਹਾ ਅੰਤਰ ਤਾਮਸ ਆਪ ਨਾ ਪਛਾਣੈ, ਜਦੋਂ ਆਪੇ ਦੀ ਪੜਚੋਲ ਕਰਨੀ ਹੁੰਦੀ ਹੈ ਨਾ, ਸੈਲਫ ਐਨਾਲਾਈਸਿਸ ਕਰਨਾ ਹੁੰਦਾ ਹੈ, ਜਿਹਨੂੰ ਸਵੈ ਚਿੰਤਨ ਕਹਿੰਦੇ ਆ, ਤਾਂ ਆਪਣੀਆਂ ਭੁੱਲਾਂ ਨੂੰ, ਆਪਣੇ ਤੋਂ ਰਹਿ ਗਈਆਂ ਉਣਤਾਈਆਂ ਨੂੰ ਵਿਚਾਰਨਾ, ਪੜਚੋਲਣਾ ਤੇ ਉਹਨੂੰ ਸੰਵਾਰਨਾ, ਇਹ ਹਰ ਜਥੇਬੰਦੀ ਦਾ, ਹਰ ਪਾਰਟੀ ਦਾ, ਹਰ ਸੰਸਥਾ ਦਾ ਇੱਕ ਹਿੱਸਾ ਹੁੰਦਾ ਹੈ, ਜਿਹਦੇ ਨਾਲ ਉਹ ਹਮੇਸ਼ਾ ਅੱਗੇ ਵੱਧਦੇ ਨੇ। ਜਿਹੜਾ ਵੀ ਵਿਅਕਤੀ ਖੁਦ ਆਪਣੇ ਆਪ ਨੂੰ ਪੜਚੋਲਣਾ ਬੰਦ ਕਰ ਦੇਗਾ, ਕੋਈ ਧੜੇਬੰਦੀ, ਕੋਈ ਜਥੇਬੰਦੀ ਆਪਣੇ ਆਪ ਨੂੰ ਪੜਚੋਲਣਾ ਬੰਦ ਕਰ ਦੇਗੀ, ਤਾਂ ਉਹਦੇ 'ਚ ਖੜੋਤ ਆ ਜਾਂਦੀ ਹੈ। ਫਿਰ ਉਹ ਸਮੇਂ ਦੀ ਹਾਣੀ ਨਹੀਂ ਬਣ ਸਕਦੇ। ਫਿਰ ਉਹਨਾਂ ਦੀ ਵਿਚਾਰਧਾਰਾ ਇੱਦਾਂ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਦੀ ਰਹਿ ਗਈ ਹੈ। ਉਹ ਮੇਲ ਨਹੀਂ ਖਾਂਦੇ, ਫਿਰ ਕੁਛ ਉਹ ਬਦਲਾਵ ਨਹੀਂ ਲਿਆ ਸਕਦੇ, ਉਹ ਕ੍ਰਾਂਤੀ ਨਹੀਂ ਲਿਆ ਸਕਣਗੇ। ਆਪਣੇ ਜੀਵਨ ਦੀ ਪੜਚੋਲ ਨਾ ਕੀਤੀ, ਆਪਣੇ ਸੁਭਾਅ ਸੋਚ ਦੀ ਪੜਚੋਲ ਨਾ ਕੀਤੀ, ਸੰਵਾਰਿਆ ਨਾ, ਤਾਂ ਫਿਰ ਉਹ ਪੜੋਤ ਆ ਜਾਏਗੀ। ਪਰਉਪਕਾਰੀ ਨਹੀਂ ਬਣੇਗਾ, ਬਦਲਾਵ ਨਹੀਂ ਲਿਆ ਸकेगा, ਕ੍ਰਾਂਤੀਕਾਰੀ ਨਹੀਂ ਬਣੇਗਾ। ਗੁਰੂ ਨਾਨਕ ਪਾਤਸ਼ਾਹ ਦਾ ਜੋ ਮਿਸ਼ਨ ਹੈ ਨਾ, ਹਰ ਸਿੱਖ ਨੇ ਉਸ ਮਿਸ਼ਨ ਦਾ ਪਾਂਧੀ ਬਣਨਾ ਹੈ। ਇਹਨੂੰ ਯਾਦ ਰੱਖਿਓ। ਗੁਰੂ ਦਾ ਮਿਸ਼ਨ ਇੱਕ ਤੇ ਪਰਉਪਕਾਰੀ ਸੀ, ਦੂਸਰਾ ਕ੍ਰਾਂਤੀਕਾਰੀ ਸੀ। ਬਦਲਾਵ ਲਿਆਉਣਾ, ਰਿਜ਼ਲਟ ਦੁਨੀਆ ਦੇ ਸਾਹਮਣੇ। ਗੁਰੂ ਕਾ ਗੁਰਸਿੱਖ ਆਪਣੇ ਗੁਰੂ ਦੇ ਮਿਸ਼ਨ ਤੇ ਚੱਲਦਿਆਂ ਹਮੇਸ਼ਾ ਪਰਉਪਕਾਰੀ ਵੀ ਹੋਏਗਾ ਔਰ ਕ੍ਰਾਂਤੀਕਾਰੀ ਹੋਏਗਾ। ਉਹ ਜੋ ਪਰਉਪਕਾਰ ਕਰੇਗਾ ਉਹਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੋਣਗੇ। ਜੇ ਅੰਦਰ ਤਾਮਸ ਹੈ, ਅੰਦਰ ਤਮੋ ਗੁਣ ਹੈ, ਖੜੋਤ ਆ ਜਾਏਗੀ। ਨਾ ਉਹ ਪਰਉਪਕਾਰ ਕਰ ਸਕੇਗਾ, ਨਾ ਕੋਈ ਬਦਲਾਵ ਲਿਆ ਸਕੇਗਾ ਤੇ ਨਾ ਉਹਦਾ ਕੋਈ ਰਿਜ਼ਲਟ ਸਾਹਮਣੇ ਆਵੇਗਾ। ਸਤਿਗੁਰੂ ਕਹਿੰਦੇ ਅੰਦਰ ਜੇ ਤਾਮਸ ਹੈ, ਤਮੋ ਗੁਣ ਹੈ, ਆਪਣੀ ਪੜਚੋਲ ਹੀ ਨਹੀਂ ਕੀਤੀ, ਆਪ ਨਾ ਪਛਾਣੈ, ਤਾਂ ਪ੍ਰਭ ਪਾਏ ਗੁਰ ਸ਼ਬਦ ਬਖਾਣੈ। ਪ੍ਰਭੂ ਮਿਲਾਪ ਤਾਂ ਤਦ ਹੋਏਗਾ ਪਿਆਰਿਆ, ਰੱਬੀ ਬਖਸ਼ਿਸ਼ ਦਾ ਪਾਤਰ ਤਾਂ ਤਦ ਬਣੇਗਾ ਜੇ ਗੁਰ ਸਰੂਪ ਤੋਂ, ਗੁਰ ਉਪਦੇਸ਼ ਸ਼ਬਦ ਸਰੂਪ ਨੂੰ ਸਮਝੇਗਾ, ਉਹਦੀ ਡਿਸਕਸ਼ਨ ਕਰੇਗਾ, ਬਖਾਣਾ ਹੈ। ਗੁਰੂ ਦੇ ਉਪਦੇਸ਼ਾਂ ਦੀ ਵਿਚਾਰ ਚਰਚਾ ਕਰਦੇ ਰਹਿਣਾ ਚਾਹੀਦਾ। ਵਿਚਾਰ ਚਰਚਾ ਦਾ ਜੋ ਲੈਵਲ ਹੈ, ਉਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਗੁਰੂ ਦੇ ਉਪਦੇਸ਼ ਨੂੰ ਵਿਚਾਰਦੇ ਹਾਂ, ਸੁਭਾਅ ਤੇ ਸੋਚ ਦੇ ਲੈਵਲ ਨਾਲ ਸੰਬੰਧਿਤ ਵਿਚਾਰਾਂ ਹੋਣੀਆਂ ਚਾਹੀਦੀਆਂ। ਵਿਜ਼ਨ ਹੋਣਾ ਚਾਹੀਦਾ ਹੈ, ਸੋਚ ਸੁਭਾਅ ਨੂੰ ਸੰਵਾਰਨਾ ਹੈ, ਸ਼ਿੰਗਾਰਨਾ ਹੈ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ। ਜਿਹੜੇ ਗੁਰ ਸਰੂਪ ਨੂੰ, ਗੁਰੂ ਦੇ ਉਪਦੇਸ਼ ਨੂੰ, ਸਿੱਖਿਆਵਾਂ ਨੂੰ ਮੰਨਦੇ ਨੇ, ਮੰਨਣ ਨੂੰ ਗੁਰ ਸੇਵਾ ਕਿਹਾ। ਸਤਿਗੁਰੂ ਜੀ ਕਹਿੰਦੇ ਮੈਂ ਗੁਰ ਸਰੂਪ ਨੂੰ ਮੰਨਦਿਆਂ, ਆਪਣੇ ਗੁਰੂ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਮੰਨਦਿਆਂ ਜੋ ਜੀਵਨ ਜਿਉਇਆ ਫਿਰ ਕਾਲ ਨਾ ਖਾਏ, ਫਿਰ ਇਹ ਆਤਮਿਕ ਮੌਤ ਨਹੀਂ ਆਉਂਦੀ। ਔਗਣ, ਕੁਸੰਗੀ ਪ੍ਰਭਾਵ, ਵਿਕਾਰ ਹਮਲਾ ਨਹੀਂ ਕਰਦੇ। ਪਰ ਜਿਨ੍ਹਾਂ ਨੇ ਆਪਣੇ ਮਨ ਦੇ ਪਿੱਛੇ ਲੱਗੇ, ਗੁਰੂ ਦੀ ਗੱਲ ਨਾ ਮੰਨੀ, ਆਪਣੇ ਸੁਭਾਅ ਨੂੰ ਅੱਗੇ ਰੱਖਿਆ, ਗੁਰੂ ਦੇ ਉਪਦੇਸ਼ ਨੂੰ ਨਹੀਂ, ਉਹ ਜੀਵਨ ਮਨਮੁਖ ਬਣ ਜਾਂਦਾ ਹੈ। ਮਨਮੁਖ ਖਾਧੇ ਦੂਜੈ ਭਾਏ ਰਹਾਉ। ਉਹਨਾਂ ਦੇ ਮਨ ਅੰਦਰ ਜੋ ਖਿੱਚ ਹੈ ਨਾ, ਉਹ ਦੂਜੇ ਪਾਸੇ ਦੀ ਹੈ, ਗੁਰੂ ਵਾਲੇ ਮਾਰਗ ਦੀ ਨਹੀਂ, ਰੱਬ ਦੇ ਮਾਰਗ ਦੀ ਨਹੀਂ, ਗੁਰਮਤ ਦੀ ਖਿੱਚ ਨਹੀਂ ਉਹਨਾਂ ਦੇ, ਮਨਮਤ ਵਾਲੇ ਪਾਸੇ ਖਿੱਚ ਹੈ। ਗੁਰਮੁਖਤਾਈ ਵਾਲੇ ਪਾਸੇ ਖਿੱਚ ਨਹੀਂ ਹੈ, ਮਨਮੁਖਤਾਈ ਵਾਲੇ ਪਾਸੇ ਖਿੱਚ ਹੈ। ਉਹਨਾਂ ਨੂੰ ਗੁਰੂ ਕੇ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਕੁਸੰਗੀ ਚੰਗੇ ਲੱਗਦੇ।
ਇਹ ਰਹਾਓ ਹੈ, ਸੈਂਟਰਲ ਆਈਡੀਆ ਹੈ। ਤੇ ਮਨਮੁਖਤਾਈ ਦੇ ਪਿੱਛੇ ਲੱਗਣ ਵਾਲੇ ਇਹ ਜਿਹੜਾ ਦੂਜੀ ਖਿੱਚ ਹੈ ਨਾ, ਉਹਦੇ ਵਿੱਚ ਜਿਹੜੀ ਖੁਰਾਕ ਹੈ ਨਾ, ਉਹ ਖਾਂਦੇ ਰਹਿੰਦੇ ਨੇ। ਮਨਮੁਖ ਖਾਧੇ, ਇਹ ਮਾਇਆ ਨੇ ਉਹ ਖਾ ਲਏ ਨੇ। ਉਹਨਾਂ ਦੇ ਅੰਦਰੋਂ ਗੁਣ ਖਾ ਲਏ, ਗੁਣ ਖਤਮ ਹੋ ਜਾਂਦੇ ਨੇ। ਗੁਰਮਤ ਨਿਕਲ ਜਾਂਦੀ ਹੈ ਜੀਵਨ ਚੋਂ, ਗੁਰਸਿੱਖੀ ਨਿਕਲ ਜਾਂਦੀ ਹੈ ਤੇ ਫਿਰ ਹੌਲੀ-ਹੌਲੀ ਗੁਰਬਾਣੀ ਵੀ ਨਿਕਲ ਜਾਂਦੀ ਹੈ ਆਖੋ। ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨਦੇ ਨੇ, ਜਿਹੜੇ ਪ੍ਰਾਣੀ ਗੁਰੂ ਦੀ ਸ਼ਰਨ ਪੈਂਦੇ ਨੇ, ਭਾਵ ਉਪਦੇਸ਼ਾਂ ਨੂੰ ਮੰਨਦੇ ਨੇ, ਉਹ ਚਾਹੇ ਕਿੱਡੇ ਵੱਡੇ ਵੀ ਅਪਰਾਧੀ ਕਿਉਂ ਨਾ ਹੋਣ, ਉਹ ਸੋਚ ਸੁਭਾਅ ਨੂੰ ਸੰਵਾਰ ਕੇ, ਸ਼ਿੰਗਾਰ ਕੇ ਜੀਵਨ ਸਫਲ ਕਰ ਜਾਂਦੇ ਨੇ। ਸਿੱਧੇ ਦੇ ਅਰਥ ਸਫਲ ਹੋਣਾ। ਔਰ ਉਹ ਸਫਲ ਕਿਵੇਂ ਹੁੰਦੇ ਨੇ? ਅਪਰਾਧੀ ਬਿਰਤੀ ਵਾਲਾ ਵੀ, ਮਨਮੁਖਤਾਈ ਵਾਲੀ ਬਿਰਤੀ ਵਾਲਾ ਵੀ, ਇੱਕ ਮਨਮਤ ਵਾਲੀ ਸੋਚ ਵਾਲਾ ਵੀ ਜੀਵਨ ਸਫਲ ਕਿਵੇਂ ਕਰਦਾ ਹੈ? ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ, ਇੱਕ ਤਾਂ ਗੁਰੂ ਦੇ ਉਪਦੇਸ਼ ਨਾਲ ਗੂੜਾ ਪਿਆਰ ਪਾਉਂਦਾ ਹੈ। ਪਿਆਰ ਪਾਉਣ ਦੇ ਅਰਥ ਹੈ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਸੋਚ ਸੁਭਾਅ ਨੂੰ ਪੜਚੋਲਦਾ ਹੈ, ਪਰਖਦਾ ਰਹਿੰਦਾ ਹੈ, ਨਿਤ ਪੜਚੋਲਦਾ ਹੈ, ਫਿਰ ਸੰਵਾਰਦਾ ਹੈ, ਸ਼ਿੰਗਾਰਦਾ ਹੈ ਤੇ ਉਹਦੇ ਅੰਦਰ ਇੱਕ ਤੇ ਗੂੜੀ ਪ੍ਰੀਤ ਬਣ ਜਾਂਦੀ ਹੈ, ਰੀਝ ਜਾਂਦੇ ਨੇ, ਰੀਧੇ। ਫਿਰ ਉਹਨਾਂ ਦਾ ਗੁਰੂ ਦੇ ਮਾਰਗ ਤੇ ਤੁਰਨ ਦੇ ਲਈ ਅਡੋਲਤਾ ਆ ਜਾਂਦੀ। ਹਾਲਾਤ ਅਪ ਐਂਡ ਡਾਊਨ ਆਉਂਦੇ ਰਹਿੰਦੇ ਨੇ, ਵਿਘਨ ਰੁਕਾਵਟਾਂ ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਹੈ, ਗੇੜੇ ਮਾਰਦੀਆਂ ਰਹਿੰਦੀਆਂ ਨੇ, ਪਰ ਉਹ ਤੁਰਦੇ ਰਹਿੰਦੇ ਨੇ। ਉਹਨਾਂ ਦੇ ਅੰਦਰ ਲਗਨ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ, ਉਹ ਸਹਿਜ ਹੀ ਉਹਨਾਂ ਦੀ ਸਮਾਧੀ ਹੁੰਦਾ। ਆਖੋ ਵਾਹਿਗੁਰੂ। ਉਹਨਾਂ ਨੂੰ ਇੱਕ ਦਾਤ ਮਿਲ ਗਈ, ਕਿਹੜੀ? ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ। ਉਹਨਾਂ ਨੂੰ ਪ੍ਰਭੂ ਮਿਲਾਪ ਹੋ ਗਿਆ। ਹਰ ਥਾਂ ਤੇ, ਹਰ ਵਰਤਾਰੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਦੀਦਾਰ ਦਿੰਦਾ। ਆਖੋ ਵਾਹਿਗੁਰੂ। ਸਿੱਖਣ ਦੀ ਭਾਵਨਾ ਹੋਵੇ ਨਾ, ਛੋਟੀ ਵੱਡੀ ਹਰ ਹੈਪਨਿੰਗ, ਹਰ ਘਟਨਾ ਵਿੱਚੋਂ ਸਿੱਖਿਆ ਜਾ ਸਕਦਾ ਹੈ। ਉਹ ਜਿਹੜੀ ਸਿੱਖਿਆ ਹੈ ਨਾ, ਰੱਬ ਖੁਦ ਸੱਚਾ ਗਿਆਨ ਬਣ ਕੇ ਸਮਾਏ ਹੋਏ ਨੇ। ਆਖੋ ਅਗਰ ਜਿਉਣ ਦੀ ਯੁਗਤ ਆ ਗਈ ਨਾ, ਹਰ ਇੱਕ ਵਿੱਚੋਂ ਗੁਣ ਦੇਖਿਆ ਜਾ ਸਕਦਾ। ਜੇ ਪਰਖ ਦ੍ਰਿਸ਼ਟੀ ਹੈ ਗੁਣਾਂ, ਜੇ ਕਦਰ ਹੈ ਗੁਣਾਂ ਦੀ, ਤੇ ਗੁਣ ਰੱਬ ਦੀਆਂ ਝਲਕਾਂ ਨੇ। ਰੱਬ ਗੁਣ ਬਣ ਕੇ, ਨਿਜ਼ਮ ਬਣ ਕੇ, ਗਿਆਨ ਬਣ ਕੇ ਹਰ ਥਾਂ ਤੇ ਵਾਹਿਗੁਰੂ ਜੀ ਦੀਦਾਰ ਦਿੰਦੇ ਨੇ। ਇਹਨੂੰ ਪ੍ਰਭੂ ਮਿਲਾਪ ਕਹਿੰਦੇ ਨੇ। ਮਿਲਦਾ ਕਿਵੇਂ? ਗੁਰ ਕੈ ਸ਼ਬਦ ਸੀਧੇ। ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਸੰਵਾਰਨ ਦੇ ਲਈ ਸਫਲ ਹੋ ਗਏ, ਸੀਧੇ ਸੁਭਾਅ ਗੁਰਮੁਖ ਬਣ ਗਿਆ, ਸੋਚ ਗੁਰਮਤ ਵਾਲੀ ਬਣ ਗਈ ਤੇ ਪ੍ਰਭੂ ਮਿਲਾਪ ਹੋ ਗਿਆ। ਆਖੋ ਸਤਿਗੁਰ ਮੇਲੇ ਪ੍ਰਭ ਆਪ ਮਿਲਾਏ। ਇਹ ਯਤਨਾਂ ਨਾਲ ਨਹੀਂ ਹੋਇਆ, ਸਤਿਗੁਰ ਸਰੂਪ ਦੀ ਕਿਰਪਾ ਹੁੰਦੀ ਹੈ। ਸੱਚਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਉਸ ਸੱਚੇ ਗਿਆਨ ਨੂੰ ਸਮਝਣਾ ਹੈ, ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ ਹੈ। ਇਹ ਸਤਿਗੁਰ ਸਰੂਪ ਦੀ ਕਿਰਪਾ ਹੈ। ਆਖੋ ਮੇਰੇ ਪ੍ਰਭ ਸਾਚੇ ਕੈ ਮਨ ਭਾਏ। ਫਿਰ ਸੱਚੇ ਪ੍ਰਭੂ ਦੇ ਨਾਲ ਪਿਆਰ ਬਣ ਜਾਂਦਾ, ਮਨ ਨੂੰ ਬੜਾ ਚੰਗਾ ਲੱਗਦਾ ਇਸ ਮਾਰਗ ਤੇ ਤੁਰਨਾ, ਤੇ ਤੁਰਨ ਵਾਲਾ ਰੱਬ ਨੂੰ ਚੰਗਾ ਲੱਗਦਾ। ਆਖੋ ਵਾਹਿਗੁਰੂ। ਇਹਨੂੰ ਗੂੜੀ ਪ੍ਰੀਤ ਕਹਿੰਦੇ ਨੇ। ਹਰ ਗੁਣ ਗਾਵਹਿ ਸਹਿਜ ਸੁਭਾਏ। ਇੱਕ ਤੇ ਉਹਨਾਂ ਦੇ ਅੰਦਰ ਸੁਭਾਏ ਸ੍ਰੇਸ਼ਟ ਪ੍ਰੀਤ ਹੁੰਦੀ ਹੈ, ਉੱਚੀ ਪ੍ਰੀਤ, ਗੂੜੀ ਪ੍ਰੀਤ, ਨਾ ਟੁੱਟਣ ਵਾਲੀ। ਇੱਕ ਸਹਿਜ ਹੁੰਦੀ ਹੈ, ਅਡੋਲਤਾ, ਅਡੋਲ ਰਹਿਣ ਵਾਲੀ, ਸਿੱਧਕ ਵਿਸ਼ਵਾਸ। ਜਿਨ੍ਹਾਂ ਦੇ ਕੋਲ ਸ੍ਰੇਸ਼ਟ ਪ੍ਰੀਤ ਤੇ ਅਡੋਲਤਾ ਹੈ, ਉਹ ਫਿਰ ਇਸ ਰਾਹੀਂ ਗੁਣਾਂ ਨੂੰ ਗਾਉਂਦੇ ਨੇ, ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਗੁਣਾਂ ਨਾਲ ਪਰਉਪਕਾਰ ਕਰਦੇ ਨੇ, ਰੱਬੀ ਗੁਣਾਂ ਦੀਆਂ ਵਿਚਾਰਾਂ ਕਰਦੇ, ਸ਼ੁਕਰਾਨੇ ਵਿੱਚ ਭਿੱਜੇ ਹੁੰਦੇ ਨੇ, ਹੋਰਨਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਨੇ। ਆਖੋ ਬਿਨ ਗੁਰ ਸਾਚੇ ਭਰਮ ਭੁਲਾਏ। ਗੁਰ ਸਰੂਪ ਤੋਂ ਬਿਨਾਂ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾਂ, ਰੱਬ ਦਾ ਇੱਕ ਨਿਜ਼ਮ ਹੈ, ਸੱਚੇ ਵਾਹਿਗੁਰੂ ਦਾ ਇੱਕ ਨਿਜ਼ਮ ਹੈ। ਉਸ ਨਿਜ਼ਮ ਨੇ ਫਿਰ ਉਹਨਾਂ ਨੂੰ ਭਰਮ ਭੁਲੇਖਿਆਂ ਵਿੱਚ ਜੀਵਨ ਉਲਝਿਆ ਰਹਿੰਦਾ ਹੈ। ਮਨਮੁਖ ਹੋ ਕੇ ਜਿਉਂਦੇ ਨੇ। ਮਨਮੁਖ ਅੰਧੇ ਸਦਾ ਬਿਖ ਖਾਏ। ਫਿਰ ਮਨਮੁਖ ਦੇ ਕੋਲ ਸੋਝੀ ਨਹੀਂ ਹੈ, ਸੋਝੀ ਦੀਆਂ ਅੱਖਾਂ ਨਹੀਂ ਹੈ, ਜਿਹਨੂੰ ਥਰਡ ਆਈ ਕਹਿੰਦੇ ਆ, ਤੀਜੀ ਅੱਖ, ਤੀਜਾ ਨੇਤਰ।
ਗਿਆਨ ਨਹੀਂ ਹੁੰਦਾ, ਸੋਝੀ ਨਹੀਂ ਹੁੰਦੀ। ਸੋਝੀ ਤੋਂ ਬਿਨਾਂ ਮਨਮੁਖ ਜੀਵਨ ਅੰਦਰੋਂ ਅੰਧਾ ਹੁੰਦਾ ਹੈ। ਸਦਾ ਬੇਕਾਰਾਂ ਦੀ ਕੁਸੰਗੀ ਰਸਾਂ ਦੀ ਜ਼ਹਿਰ ਖਾਂਦਾ ਹੈ ਖੂਹ। ਤੇ ਉਹ ਕੁਸੰਗੀ ਸੰਸਕਾਰ ਆਪਣੇ ਅੰਦਰ ਇਤਨੇ ਇਕੱਠੇ ਕਰ ਲੈਂਦਾ, ਇਤਨੇ ਇਕੱਠੇ ਕਰ ਲੈਂਦਾ ਹੈ। ਉਹ ਫਿਰ ਜਮ ਡੰਡ ਸਹਿ ਸਦਾ ਦੁੱਖ ਪਾਏ, ਉਹ ਜਮ ਬਣ ਕੇ ਡੰਡਾ ਮਾਰਦੇ ਨੇ। ਜਮ ਕਿਵੇਂ? ਕਦੀ ਤੇ ਲੋਭ ਲਾਲਚ, ਕਦੀ ਹੰਕਾਰ, ਕਦੀ ਕਰੋਧ, ਕਦੀ ਉਹਨੂੰ ਕਨਫਿਊਜ਼ ਕਰ ਦਿੰਦੇ ਨੇ ਉਹਦੇ ਸੰਸਕਾਰ, ਕਦੀ ਉਹਦੇ ਅੰਦਰ ਭੁਲੇਖੇ ਭਰਮ ਪੈਦਾ ਕਰ ਦਿੰਦੇ ਨੇ, ਕਦੀ ਉਹਨੂੰ ਡਰਾ ਦਿੰਦੇ ਨੇ, ਡੋਲ ਜਾਂਦਾ ਹੈ। ਉਹ ਮਾਰਗ ਤੇ ਤੁਰਦਾ ਨਹੀਂ ਤੇ ਜ਼ਿੰਦਗੀ 'ਚ ਦੁੱਖ ਸਹੇੜਦਾ ਆਖੂਗਾ। ਜਮੂਆ ਨਾ ਜੋ ਹੈ ਹਰ ਕੀ ਸ਼ਰਨ ਆਈ, ਜਿਨ੍ਹਾਂ ਨੂੰ ਰੱਬ ਦੀ ਸ਼ਰਨ ਪੈਣਾ ਆ ਗਿਆ, ਰੱਬ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ। ਵਿਕਾਰਾਂ ਰੂਪੀ ਜਮ ਫਿਰ ਉਹ ਹਮਲਾ ਨਹੀਂ ਕਰਦੇ, ਇਸ ਮਾਰਗ ਤੋਂ ਰੋਕ ਨਹੀਂ ਸਕਦੇ। ਹਉਮੈ ਮਾਰ ਸੱਚ ਲਿਵ ਲਾਈ, ਉਹ ਆਪਣੇ ਸੁਭਾਅ ਦੀ ਪਕੜ ਨਹੀਂ ਰੱਖਦੇ, ਸੋਚ ਦੀ ਪਕੜ ਨਹੀਂ ਰੱਖਦੇ, ਸਗੋਂ ਸੋਚ ਸੁਭਾਅ ਨੂੰ ਪੜਚੋਲਦੇ ਨੇ, ਸੰਵਾਰਦੇ ਨੇ। ਇਸ ਤਰ੍ਹਾਂ ਹਉਮੈ ਨੂੰ ਮੇਟ ਕੇ ਉਹਨਾਂ ਦੀ ਲਿਵ ਸੱਚੇ ਵਾਹਿਗੁਰੂ ਵੱਲ ਲੱਗਦੀ ਹੈ। ਤੇ ਉਹ ਲਿਵ ਹੀ ਹੈ ਜਿਹੜੀ ਸਿਦਕ ਪੈਦਾ ਕਰ ਦਿੰਦੀ ਹੈ, ਅਡੋਲਤਾ ਪੈਦਾ ਕਰ ਦਿੰਦੀ। ਸਦਾ ਅਤੀਤ ਵਾਹਿਗੁਰੂ, ਸਦਾ ਰਹਿ ਹਰ ਨਾਮ ਲਿਵ ਲਾਈ, ਉਹ ਹਰ ਵੇਲੇ ਰੱਬ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵਿੱਚ ਲਿਵ ਲਾ ਕੇ ਰੱਖਦੇ ਨੇ, ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਸਤਿਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ, ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ, ਸਤਿਗੁਰ ਸਰੂਪ ਨੂੰ ਮੰਨਦੇ ਨੇ, ਉਪਦੇਸ਼ ਨੂੰ ਮੰਨਦੇ ਨੇ, ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਂਦੇ ਨੇ, ਉਹ ਰੱਬ ਦੇ ਸੇਵਕ ਬਣ ਜਾਂਦੇ ਨੇ, ਗੁਰੂ ਦੇ ਚਾਕਰ ਬਣ ਜਾਂਦੇ ਨੇ। ਤੇ ਉਹਨਾਂ ਦਾ ਜਿਹੜਾ ਸੁਭਾਅ ਹੈ ਨਾ, ਉਹ ਨਿਰਮਲ ਹੁੰਦਾ ਹੈ। ਅੰਦਰ ਉਹਨਾਂ ਦੇ ਪਵਿੱਤਰ ਸੋਚ ਹੁੰਦੀ ਹੈ, ਪਵਿੱਤਰ ਜਜ਼ਬਾ ਹੁੰਦਾ ਹੈ, ਪਵਿੱਤਰ ਵਿਜ਼ਨ ਹੁੰਦਾ ਹੈ ਆਖੋ ਵਾਹਿਗੁਰੂ। ਤੇ ਗੁਰੂ ਦਾ ਬਖਸ਼ਿਆ ਹੋਇਆ ਪਵਿੱਤਰ ਮਿਸ਼ਨ ਹੁੰਦਾ ਹੈ। ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਉਹ ਮਨ ਨੂੰ ਜਦੋਂ ਵਾਹਿਗੁਰੂ ਜੀ ਨਾਲ ਪਿਆਰ ਵਿੱਚ ਮਿਲਾ ਲੈਂਦੇ ਨੇ, ਇਕਮਿਕ ਹੋ ਜਾਂਦੇ ਨੇ। ਜਿਨ੍ਹਾਂ ਨੇ ਇਸ ਤਰ੍ਹਾਂ ਇਕਮਿਕ ਹੋ ਕੇ ਮਨ ਨੂੰ ਜਿੱਤ ਲਿਆ, ਉਹਨਾਂ ਨੇ ਸਾਰੇ ਜੱਗ ਨੂੰ ਜਿੱਤ ਲਿਆ ਆਖੋ ਵਾਹਿਗੁਰੂ। ਜਪਜੀ ਸਾਹਿਬ ਵਿੱਚ ਕਿਹਾ ਸੀ ਨਾ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇੱਥੇ ਕਿਹਾ ਸਭ ਜਗ ਜੀਤਾ, ਭਾਵ ਜ਼ਿੰਦਗੀ ਦੀ ਬਾਜੀ ਸਫਲ ਕਰ ਲੈਂਦੇ ਨੇ। ਇਨ ਵਿਦ ਕੁਸ਼ਲ ਤੇਰਾ ਮੇਰੇ ਮੀਤਾ, ਇਸ ਤਰੀਕੇ ਨਾਲ, ਇਸ ਵਿਦ, ਇਨ ਵਿਦ, ਇਸ ਤਰੀਕੇ ਨਾਲ ਭਾਈ ਕੁਸ਼ਲ ਹੁੰਦਾ ਆਨੰਦ ਅੰਦਰ, ਆਤਮਿਕ ਆਨੰਦ, ਅੰਦਰੋਂ ਸੰਤੁਸ਼ਟੀ। ਮੇਰੇ ਮਿੱਤਰਾ, ਇਦਾਂ ਤੇਰੇ ਅੰਦਰ ਇਹ ਆਤਮਿਕ ਆਨੰਦ, ਸੱਚੀ ਖੁਸ਼ੀ ਪੈਦਾ ਹੋ ਸਕਦੀ। ਸਤਿਗੁਰ ਸੇਵੇ ਸੋ ਫਲ ਪਾਏ, ਜਿਹੜੇ ਸਤਿਗੁਰ ਸਰੂਪ ਦੀ ਸੇਵਾ ਕਰਦੇ ਨੇ, ਭਾਵ ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਉਪਦੇਸ਼ ਨੂੰ ਮੰਨਦੇ ਨੇ, ਉਹ ਬਖਸ਼ਿਸ਼ ਰੂਪੀ ਫਲ ਪ੍ਰਾਪਤ ਕਰਦੇ ਨੇ। ਉਸ ਬਖਸ਼ਿਸ਼ ਦੇ ਵਿੱਚੋਂ ਹਿਰਦੈ ਨਾਮ ਵਿੱਚੋਂ ਆਪ ਗਵਾਏ, ਉਹ ਵਿੱਚੋਂ ਮਨਮੁਖਤਾਈ ਵਾਲਾ ਸੁਭਾਅ ਗਵਾ ਦਿੰਦੇ ਨੇ, ਮੇਟ ਦਿੰਦੇ ਨੇ, ਮਨਮਤ ਵਾਲੀ ਸੋਚ ਮੇਟ ਦਿੰਦੇ ਨੇ। ਤੇ ਹਿਰਦੇ ਵਿੱਚ ਉਪਦੇਸ਼ ਬਣ ਕੇ, ਸੱਚਾ ਗਿਆਨ ਬਣ ਕੇ ਵੀ ਨਾਮ ਵਸਦਾ ਹੈ। ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਭੈ ਭਾਵਨੀ ਸ਼ੁਕਰਾਨਾ ਬਣ ਕੇ ਵੀ ਨਾਮ ਹਿਰਦੇ 'ਚ ਵਸਦਾ ਹੈ। ਉਹਦੀ ਇੱਕ ਨਿਸ਼ਾਨੀ ਹੈ, ਅਨਹਦ ਬਾਣੀ ਸ਼ਬਦ ਬਜਾਏ, ਆਹ ਹੈ ਅਨਹਦ ਨਾਦ ਦੀ ਵਿਆਖਿਆ ਆਖੋ ਵਾਹਿਗੁਰੂ। ਜਪਜੀ ਸਾਹਿਬ ਵਿੱਚ ਜੋ ਕਿਹਾ ਨਾ, ਗੁਰਮੁਖ ਨਾਦੰ, ਗੁਰੂ ਦੇ ਮੁਖ ਵਿੱਚੋਂ ਨਿਕਲਿਆ ਉਪਦੇਸ਼ ਹੀ ਅਨਹਦ ਨਾਦ ਹੈ। ਇਹੋ ਹੀ ਅਨਹਦ ਬਾਜਾ ਹੈ। ਫਿਰ ਰੱਬ ਦੀ ਬਾਣੀ, ਗੁਰੂ ਦੀ ਬਾਣੀ, ਗੁਰੂ ਦੀ ਆਵਾਜ਼ ਉਪਦੇਸ਼ ਬਣ ਕੇ ਅੰਦਰ ਵੱਜਦੀ ਹੈ ਆਖੋ ਵਾਹਿਗੁਰੂ, ਅੰਦਰ ਗੂੰਜਦੀ ਹੈ। ਹੁਣ ਕੀ ਕਰਨਾ ਹੈ, ਕੀ ਨਹੀਂ ਕਰਨਾ, ਇਸ ਤਰ੍ਹਾਂ ਉਹ ਨਾਮ ਵਿੱਚ ਸਮਾ ਜਾਂਦੇ ਨੇ ਆਖੋ ਵਾਹਿਗੁਰੂ। ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਭਾਈ, ਇਹ ਸਤਿਗੁਰ ਸਰੂਪ ਨੂੰ ਜਿਨ੍ਹਾਂ ਜਿਨ੍ਹਾਂ ਨੇ ਮੰਨਿਆ ਭਾਈ, ਉਹ ਕਿਹੜੇ ਕਿਹੜੇ ਨਹੀਂ ਸਫਲ ਹੋਏ। ਭਾਵ ਹਰ ਤਰ੍ਹਾਂ ਦਾ ਮਨੁੱਖ, ਹਰ ਤਰ੍ਹਾਂ ਦੀ ਬਿਰਤੀ, ਹਰ ਤਰ੍ਹਾਂ ਦੀ ਸੋਚ ਵਾਲਾ ਜੀਵਨ ਸਫਲ ਹੋ ਸਕਦਾ ਹੈ, ਅਗਰ ਗੁਰੂ ਦੇ ਹੁਕਮ ਨੂੰ ਮੰਨ ਕੇ, ਉਪਦੇਸ਼ਾਂ ਨੂੰ ਮੰਨ ਕੇ, ਸੋਚ ਸੁਭਾਅ ਦੀ ਪੜਚੋਲ ਕਰਕੇ ਸੋਚ ਸੁਭਾਅ ਨੂੰ ਸੰਵਾਰ ਲਵੇ ਆਖੋ ਵਾਹਿਗੁਰੂ। ਫਿਰ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਵਿੱਚ ਜੀਵਨ ਜਿਉਣਾ ਉਹਦੀ ਭਗਤੀ ਬਣ ਜਾਂਦਾ ਹੈ। ਭਗਤੀ ਸੀਧੇ ਦਰ ਸ਼ੋਭਾ ਪਾਈ, ਉਹ ਜੀਵਨ ਜਦੋਂ ਭਗਤੀ ਬਣ ਜਾਂਦਾ ਹੈ ਨਾ, ਫਿਰ ਜੀਵਨ ਸਫਲ ਹੋ ਜਾਂਦਾ ਹੈ। ਸੀਧੇ ਦਰ ਸ਼ੋਭਾ ਪਾਈ, ਸ਼ੋਭਾ ਵਡਿਆਈ
ਬਖਸ਼ਿਸ਼ ਤੇ ਰੱਬ ਦੇ ਦਰ ਤੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਨਾਨਕ ਰਾਮ ਨਾਮ ਵਡਿਆਈ, ਇਹ ਨਾਨਕ ਜੀ ਇਸ ਤਰੀਕੇ ਨਾਲ ਇਹ ਰਾਮ ਦੇ ਨਾਮ ਦੀ ਵਡਿਆਈ ਹੈ, ਭਾਵ ਰਾਮ ਦੇ ਨਾਮ ਤੋਂ ਬਖਸ਼ਿਸ਼ ਮਿਲਦੀ ਹੈ। ਮੇਨ ਸਿਧਾਂਤ ਥਾਂ ਥਾਂ ਤੇ ਦੱਸਿਆ ਗਿਆ ਹੈ। ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਣਾ ਆਖੋ। ਮਨ ਦੀਆਂ ਆਦਤਾਂ ਪਰਚੋਲਣੀਆਂ ਪੈਣਗੀਆਂ, ਮਨ ਦੀਆਂ ਆਦਤਾਂ ਬਦਲਣੀਆਂ ਪੈਣਗੀਆਂ। ਮਤ ਦੀ ਦਿਸ਼ਾ ਦੀ ਪੜਚੋਲ ਕਰਨੀ ਪਵੇਗੀ ਤੇ ਮਤ ਦੀ ਦਿਸ਼ਾ ਸੁਧਾਰਨੀ ਪਵੇਗੀ। ਗੁਰੂ ਤੋਂ ਨਜ਼ਰੀਆ ਸਿੱਖਣਾ ਪਵੇਗਾ, ਉਸ ਨਜ਼ਰੀਏ ਅਨੁਸਾਰ ਜਿਉਣਾ ਪਵੇਗਾ। ਇਹ ਤਰੀਕਾ ਹੈ। ਗੌੜੀ ਮਹੱਲਾ ਤੀਜਾ, ਗੌੜੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ 8 ਪਦਿਆਂ ਦੀ 6ਵੀਂ ਅਸ਼ਟਪਦੀ ਜੋ ਸ਼ੁਰੂ ਹੋ ਰਹੀ ਹੈ। ਤ੍ਰੈ ਗੁਣ ਬਖਾਣੈ ਭਰਮ ਨਾ ਜਾਏ। ਬਖਾਣਾ ਹੁੰਦਾ ਡਿਸਕਸ਼ਨ। ਜਦੋਂ ਅਸੀਂ ਆਪਸ ਵਿੱਚ ਵਿਚਾਰਾਂ ਕਰਦੇ ਹਾਂ, ਗੱਲਾਂ ਕਰਦੇ ਹਾਂ, ਜੇ ਸਾਡੇ ਸਬਜੈਕਟ ਦੇ ਵਿੱਚ 3 ਗੁਣ ਹੀ ਬੈਠੇ ਨੇ, ਤਮੋ ਗੁਣ, ਦੁਨਿਆਵੀ ਪ੍ਰਾਪਤੀਆਂ ਦੀਆਂ ਇੱਛਾਵਾਂ ਬਾਰੇ ਸਬਜੈਕਟ ਅਸੀਂ ਵਿਖਿਆਨ ਕਰਦੇ ਹਾਂ, ਜਾਂ ਫਿਰ ਰਾਜਸੀ ਪ੍ਰਾਪਤੀਆਂ ਵਾਸਤੇ ਲੋਭ ਲਾਲਚ ਦੇ ਦਾਇਰੇ ਵਿੱਚ ਸਬਜੈਕਟ ਚੱਲਦੇ ਨੇ, ਜਾਂ ਫਿਰ ਧਰਮ ਦੇ ਮਾਰਗ ਦੀਆਂ ਗੱਲਾਂ ਕਰਦੇ ਹਾਂ ਪਰ ਦੁਨਿਆਵੀ ਪ੍ਰਾਪਤੀਆਂ ਦੀਆਂ ਗੱਲਾਂ ਕਰਦੇ। ਮੈਂ ਕਿਹੜਾ ਪਾਠ ਕਰਾਂ ਜੀ ਤਾਂ ਕਿ ਮੈਂ ਮੁਕੱਦਮਾ ਜਿੱਤ ਜਾਵਾਂ? ਮੈਂ ਕਿਹੜਾ ਪਾਠ ਕਰਾਂ ਜੀ ਤਾਂ ਕਿ ਮੇਰਾ ਕਾਰੋਬਾਰ ਵਧੀਆ ਚੱਲੇ? ਬਈ ਪਿਆਰਿਆ, ਬੇਈਮਾਨੀ ਦਾ ਸਹਾਰਾ ਛੱਡ ਦੇ, ਨਿਮਰਤਾ ਵਿੱਚ ਕਾਰੋਬਾਰ ਕਰ, ਇਮਾਨਦਾਰੀ ਨਾਲ ਕਰ, ਪਰਉਪਕਾਰ ਦੀ ਬਿਰਤੀ ਨਾਲ ਕਰ, ਰੱਬ ਦਾ ਦਿੱਤਾ ਹੋਇਆ ਕਾਰੋਬਾਰ ਸਮਝ ਕੇ ਕਰ, ਤਾਂ ਹੋਏਗਾ। ਜੇ ਤੂੰ ਕਹਿ ਰਿਹਾ ਕਿ ਕਿਹੜਾ ਪਾਠ ਕਰਾਂ ਤਾਂ ਕਿ ਪਾਠ ਕਰਾਂ, ਮੇਰਾ ਕੰਮ ਕਾਰੋਬਾਰ ਸਫਲ ਹੋ ਜਾਵੇ, ਅੰਦਰ ਇੱਛਾ ਦੁਨਿਆਵੀ ਪ੍ਰਾਪਤੀਆਂ ਦੀ ਪਈ, ਇਹ ਤੇਰਾ ਸਤੋ ਗੁਣ ਬਣ ਗਿਆ। ਫਿਰ ਇਦੋਂ ਵੀ ਅੱਗੇ ਲੰਘ ਜਾਂਦਾ ਬੰਦਾ। ਬੰਦਾ ਕਹਿੰਦਾ ਪਾਠ ਵੀ ਕੋਈ ਹੋਰ ਕਰੇ, ਫਲ ਮੈਨੂੰ ਮਿਲੇ। ਫਲ ਕੀ ਮਿਲੇ? ਦੁਨਿਆਵੀ ਪ੍ਰਾਪਤੀਆਂ। ਪਾਠ ਕਰਨ ਵਾਲਾ ਸਾਰੀ ਰਾਤ ਜਾਗਦਾ ਰਵੇ, ਮੈਂ ਸੌਂ ਜਾਵਾਂ ਘਰ ਜਾ ਕੇ, ਇਹ ਸਤੋ ਗੁਣ। ਤੇ ਸਬਜੈਕਟ ਵੀ ਇਸ ਤਰ੍ਹਾਂ ਦੇ ਸਾਰੇ ਚੱਲਦੇ ਨੇ। ਜੇ ਇਸ ਤਰ੍ਹਾਂ ਦੇ ਸਬਜੈਕਟ ਚੱਲਦੇ ਨੇ, ਤੇਰੇ ਅੰਦਰਲਾ ਭਰਮ ਦੂਰ ਹੋ ਹੀ ਨਹੀਂ ਸਕਦਾ। ਆਖੋ ਵਾਹਿਗੁਰੂ। ਤ੍ਰੈ ਗੁਣ ਬਖਾਣਾ ਹੈ, ਭਰਮ ਨਾ ਜਾਏ, ਬੰਧਨ ਨਾ ਟੂਟੈ, ਮੁਕਤ ਨਾ ਪਾਏ। ਤੈਨੂੰ ਆਦਤਾਂ ਦੇ ਬੰਧਨ ਪਏ ਹੋਏ ਨੇ, ਮਨਮੁਖਤਾਈ ਦੀਆਂ ਆਦਤਾਂ, ਕੁਸੰਗੀ ਪ੍ਰਭਾਵ ਦੀਆਂ ਆਦਤਾਂ, ਤੇਰੇ ਅੰਦਰ ਸੰਸਕਾਰ ਬੈਠੇ ਨੇ, ਆਦਤਾਂ ਬੈਠੀਆਂ ਨੇ। ਉਹਨਾਂ ਆਦਤਾਂ ਤੋਂ ਮੁਕਤੀ ਮਿਲ ਹੀ ਨਹੀਂ ਸਕਦੀ ਜੇ ਤੂੰ ਸਬਜੈਕਟ ਹੀ ਤਿੰਨਾਂ ਗੁਣਾਂ ਦੇ ਦਾਇਰੇ ਵਿੱਚ ਡਿਸਕਸ ਕਰਦਾ ਹੈ। ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਇਹਨਾਂ ਆਦਤਾਂ ਤੋਂ, ਇਹਨਾਂ ਸੰਸਕਾਰਾਂ ਤੋਂ ਮੁਕਤੀ ਤਦ ਮਿਲੇਗੀ ਜੇ ਤੈਨੂੰ ਸਮਝ ਲੱਗ ਜਾਵੇ ਜੋ ਸੱਚਾ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਉਪਦੇਸ਼ ਹੈ ਨਾ, ਉਹ ਬਖਸ਼ਿਸ਼ ਦੀ ਦਾਤ ਦੇਣ ਵਾਲਾ ਹੈ। ਜੁਗ ਮਾਹੇ, ਤੇਰੇ ਅੰਦਰ ਜੋ ਸੰਸਾਰ ਰਚਿਆ ਗਿਆ ਨਾ, ਉਹ ਤੇਰਾ ਯੁੱਗ ਹੈ। ਤੇਰੇ ਅੰਦਰਲੀ ਜੋ ਦੁਨੀਆ ਹੈ, ਤੇਰੇ ਅੰਦਰ ਜੋ ਸੋਚ ਸੁਭਾਅ ਹੈ, ਤੇਰੇ ਅੰਦਰ ਜੋ ਵਿਚਾਰ ਸੋਚਾਂ ਚੱਲ ਰਹੀਆਂ ਨੇ, ਉਹਨੂੰ ਬਖਸ਼ਿਸ਼ ਦੀ ਦਾਤ ਸਤਿਗੁਰ ਸਰੂਪ ਨੇ ਦੇਣੀ ਹੈ। ਤੇਰੇ ਸਬਜੈਕਟ ਹੋਣੇ ਚਾਹੀਦੇ ਸੀ, ਆਹ ਉਪਦੇਸ਼ ਨਾਲ ਸੁਭਾਅ ਕਿਵੇਂ ਪਰਖੀਦਾ, ਮੇਰੀ ਸੋਚ ਨੂੰ ਪਰਖਣ ਵਾਸਤੇ ਕਿਹੜਾ ਉਪਦੇਸ਼ ਹੈ। ਮੈਂ ਸੁਭਾਅ ਦਾ ਆਹ ਹਿੱਸਾ ਬਦਲਣਾ ਚਾਹੁੰਦਾ, ਸੋਚ ਦਾ ਆਹ ਹਿੱਸਾ ਬਦਲਣਾ ਚਾਹੁੰਦਾ, ਉਹਦੇ ਲਈ ਕਿਹੜੇ ਉਪਦੇਸ਼ ਨੇ? ਡਿਸਕਸ਼ਨ ਤਾਂ ਚਾਹੀਦੀ ਸੀ। ਆਖੋ ਵਾਹਿਗੁਰੂ। ਇਹ ਡਿਸਕਸ਼ਨ ਗੁਰੂ ਦੇ ਨਾਲ ਜਾ ਕੇ ਹੁੰਦੀ ਹੈ। ਗੁਰੂ ਦੀ ਬਾਣੀ ਦਾ ਪਾਠ ਕਰਨਾ, ਇਹ ਗੁਰੂ ਤੋਂ ਪੁੱਛਣਾ ਹੈ, ਸਿੱਖਣਾ ਹੈ। ਵੱਡੇ ਭਾਗਾਂ ਵਾਲੇ ਹੋ ਤੁਸੀਂ, ਅਰਥਾਂ ਸਮੇਤ ਜੋ ਸਹਿਜ ਪਾਠ ਕਰ ਰਹੇ ਹੋ, ਤੁਸੀਂ ਗੁਰੂ ਤੋਂ ਸਿੱਖ ਰਹੇ ਹੋ। ਇਸ ਵੀਡੀਓ ਰਾਹੀਂ ਜੇ ਮੈਂ ਤੁੱਛ ਜਿਹਾ ਖਜ਼ਾਨਾ ਵੰਡਣ ਤੁਹਾਡੇ ਘਰ ਪਹੁੰਚਦਾ ਨਾ, ਮੈਂ ਕੋਈ ਸਿਖਾਉਣ ਨਹੀਂ ਆ ਰਿਹਾ ਤੁਹਾਡੇ, ਮੈਂ ਤੇ ਖੁਦ ਸਿੱਖ ਰਿਹਾ। ਬਸ ਸਿੱਖਣ ਤੇ ਵੰਡਣ ਦੀ ਭਾਵਨਾ ਹਰ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ। ਆਖੋ ਗੁਰਮੁਖ ਪ੍ਰਾਣੀ ਭਰਮ ਗਵਾਏ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਜੋ ਸਮਰਪਿਤ ਹੋ ਜਾਂਦੇ ਨੇ, ਗੁਰਮੁਖ ਸੁਭਾਅ ਵਾਲੇ ਬਣ ਜਾਂਦੇ ਨੇ ਉਹ ਪ੍ਰਾਣੀ, ਉਹ ਅੰਦਰੋਂ ਆਪਣੇ ਅੰਦਰੋਂ ਭਰਮ ਮੇਟ ਲੈਂਦੇ ਨੇ। ਉਹਨਾਂ ਨੂੰ ਅਸਲੀਅਤ ਦੀ ਸਮਝ ਲੱਗ ਜਾਂਦੀ ਹੈ, ਕੋਈ ਭੁਲੇਖਾ ਨਹੀਂ ਰਹਿੰਦਾ। ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਓ। ਉਹਨਾਂ ਦੇ ਅੰਦਰ ਜੋ ਗੁਰੂ ਦੀ ਆਵਾਜ਼ ਹੈ, ਧੁਨ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜੋ ਸਤਿਗੁਰ ਸਰੂਪ ਹੈ ਉਪਦੇਸ਼,
ਉਹ ਹਰ ਵੇਲੇ ਅੰਦਰ ਰਹਿਨੁਮਾਈ ਕਰਦੀ ਹੈ ਉਹਨਾਂ ਨੂੰ, ਤੁਹਾਨੂੰ ਪੁਜਾਏ। ਇਸ ਲਈ ਅਡੋਲਤਾ ਵਿੱਚ ਰਹਿੰਦੇ ਨੇ, ਸਹਿਜ, ਸਹਿਜ ਅਡੋਲਤਾ। ਅਡੋਲ ਰਹਿੰਦੇ ਨੇ ਉਹ। ਵਿਘਨ ਆਉਂਦੇ ਨੇ, ਰੁਕਾਵਟਾਂ ਆਉਂਦੀਆਂ ਨੇ, ਡੋਲਦੇ ਕਿਉਂ ਨਹੀਂ ਉਹ? ਗੁਰੂ ਦੇ ਮਾਰਗ ਨੂੰ ਕਿਉਂ ਨਹੀਂ ਛੱਡਦੇ? ਕਿਉਂਕਿ ਅੰਦਰ ਗੁਰੂ ਦੀ ਆਵਾਜ਼ ਗੂੰਜਦੀ ਹੈ। ਉਹ ਗੁਰੂ ਦੇ ਵਿਰਸੇ ਨੂੰ ਸਾਰੀ ਜ਼ਿੰਦਗੀ ਪੜ੍ਹ ਕੇ ਉਹਨਾਂ ਅੰਦਰ ਸਮੋਇਆ ਹੁੰਦਾ ਹੈ। ਉਹਨਾਂ ਗੁਰੂ ਦੀ ਬਾਣੀ ਦੇ ਉਪਦੇਸ਼ਾਂ ਨੂੰ ਸਿੱਖ ਕੇ ਅੰਦਰ ਸਮੋਇਆ ਹੁੰਦਾ ਹੈ। 2-4 ਕੁ ਦਿਨ ਸਿੱਖੀ ਦੇ ਮਾਰਗ ਤੇ ਤੁਰ ਕੇ, 2-4 ਕੁ ਮਹੀਨੇ, 2-4 ਕੁ ਸਾਲ ਗੁਰੂ ਦੇ ਮਾਰਗ ਤੇ ਤੁਰ ਕੇ ਐਡੀ ਛੇਤੀ ਸਮਝ ਆਉਣ ਵਾਲਾ ਨਹੀਂ ਹੈ ਸਬਜੈਕਟ। ਜ਼ਿੰਦਗੀ ਵਾਰ ਨਹੀਂ ਪੈਣੀ। ਇਹ ਤਾਂ ਬਚਪਨ ਤੋਂ ਤੁਰਨ ਵਾਲਾ ਸਬਜੈਕਟ ਸੀ। ਜੇ ਬਚਪਨ ਤੋਂ ਨਹੀਂ ਤੁਰਿਆ ਗਿਆ ਤਾਂ ਵੇਸਲਾਪਣ ਮਾਪਿਆਂ ਦਾ ਹੈ। ਇਹ ਤਾਂ ਟੀਨ ਏਜ ਦੇ ਵਿੱਚ ਸਿੰਜਣ ਵਾਲਾ ਸਬਜੈਕਟ ਸੀ। ਜੇ ਟੀਨ ਏਜ ਵਿੱਚ ਨਹੀਂ ਸਿੰਜਿਆ ਗਿਆ ਤਾਂ ਵੇਸਲਾਪਣ ਮਾਪਿਆਂ ਦਾ ਹੈ। ਇਹ ਤਾਂ ਜਵਾਨੀ ਵਿੱਚ ਲੱਬਾ-ਲੱਬ ਭਰ ਜਾਣਾ ਚਾਹੀਦਾ ਹੈ। ਜਦੋਂ ਗੁਰੂ ਦਾ ਵਿਰਸਾ ਅੰਦਰ ਸਮੋਇਆ ਜਾਂਦਾ ਹੈ, ਗੁਰੂ ਦੇ ਉਪਦੇਸ਼ ਅੰਦਰ ਸਮੋਏ ਜਾਂਦੇ ਨੇ, ਫਿਰ ਅੰਦਰੋਂ ਧੁਨ ਬਣ ਕੇ, ਆਵਾਜ਼ ਬਣ ਕੇ ਰਹਿਨੁਮਾਈ ਕਰਦੇ ਨੇ। ਇਸ ਵਿੱਚੋਂ ਅਡੋਲਤਾ ਮਿਲਦੀ ਹੈ ਤੇ ਉਹ ਮਿਲਦੀ ਤਦ ਹੈ ਜੇ ਹਰ ਲਿਵ ਲਾਏ ਰੱਬ ਨਾਲ ਗੂੜਾ ਪਿਆਰ ਤੇ ਇੱਕ ਲਿਵ ਲੱਗੀ ਹੁੰਦੀ ਹੈ। ਆਖੋ ਵਾਹਿਗੁਰੂ, ਇਹ ਰਹਾਉ ਪਦਾ ਹੈ। ਜੇ ਲਿਵ ਨਹੀਂ, ਅੰਦਰ ਸੁਭਾਉ ਗੁਰਮੁਖ ਨਹੀਂ, ਮਨਮੁਖ ਸੁਭਾਉ ਹੈ। ਜੇ ਅੰਦਰ ਮਨਮਤ ਵਾਲੀ ਸੋਚ ਹੈ, ਕੁਸੰਗੀ ਪ੍ਰਭਾਵ ਤੇ ਕੁਸੰਗੀ ਸੰਸਕਾਰ ਅੰਦਰ ਇਕੱਠੇ ਹੋਏ ਨੇ, ਫਿਰ ਪਤਾ ਜੀਵਨ ਕਿਵੇਂ ਚੱਲਦਾ ਹੈ। ਤ੍ਰੈ ਗੁਣ ਕਾਲ ਕੀ ਸਿਰ ਕਾਰਾ। ਅੰਦਰ 3 ਬਿਰਤੀਆਂ ਨੇ। ਤਮੋ ਗੁਣ, ਦੁਨਿਆਵੀ ਪ੍ਰਾਪਤੀਆਂ ਦਾ ਲੋਭ, ਸੈਲਫਿਸ਼। ਰਾਜਸੀ ਪਦਵੀਆਂ ਦੀ ਭੁੱਖ, ਚੁਸਤ ਚਲਾਕੀਆਂ, ਲੋਭ ਲਾਲਚ। ਤੇ ਧਰਮ ਨੂੰ ਨਿਭਾਉਣਾ ਦੁਨਿਆਵੀ ਪ੍ਰਾਪਤੀਆਂ ਲਈ, ਰਜੋਗੁਣ। ਇਦਾਂ ਰਜੋਗੁਣ, ਤਮੋਗੁਣ, ਸਤੋਗੁਣ ਤੇ ਫਿਰ ਰਾਜ ਕਿਹਦਾ ਚੱਲਦਾ ਹੈ? ਕਾਲ ਕੀ ਸਰਕਾਰਾ, ਸਰਕਾਰ, ਰਾਜ। ਕਾਲ, ਆਤਮਿਕ ਮੌਤ ਦਾ ਕਾਲ ਚੱਲਦਾ ਹੈ। ਇਹਦਾ ਰਾਜ ਚੱਲਦਾ ਤੇਰੇ ਤੇ। ਉਹਦਾ ਕਰਕੇ ਫਿਰ ਤੂੰ ਉਲਝਦਾ ਕਿਵੇਂ ਹੈ? ਨਾਮ ਨਾ ਚੇਤੈ ਪਾਵਨਹਾਰਾ। ਉਹ ਪਾਵਨਹਾਰਾ, ਸਿਰਜਣਹਾਰ, ਕਰਤਾ ਪੁਰਖ ਵਾਹਿਗੁਰੂ ਜੀ ਦਾ ਜੋ ਸੱਚਾ ਗਿਆਨ ਹੈ ਉਹ ਤੇਰੀ ਯਾਦ ਵਿੱਚ ਨਹੀਂ ਵਸਦਾ। ਉਹਦੇ ਉਪਦੇਸ਼ ਤੇਰੀ ਯਾਦ ਵਿੱਚ ਨਹੀਂ ਵਸਦੇ। ਮਰ ਜੰਮੈ ਫਿਰ ਵਾਰੋ ਵਾਰਾ। ਫਿਰ ਤੇਰੇ ਅੰਦਰ ਜੰਮਣ ਮਰਨ ਚੱਲਦਾ ਹੈ। ਕਦੀ ਸਿਦਕ ਆ ਗਿਆ, ਕਦੀ ਡੋਲ ਗਿਆ, ਸਿਦਕ ਮਰ ਗਿਆ। ਕਦੀ ਲਗਨ ਆ ਗਈ, ਕਦੀ ਉਲਝਣ ਤਾਣੀ ਵਿੱਚ ਲਗਨ ਖਤਮ ਹੋ ਗਈ। ਕਦੀ ਇਸ ਪਾਸੇ ਖਿੱਚ ਬਣ ਗਈ, ਕਦੀ ਖਿੱਚ ਖਤਮ ਹੋ ਗਈ। ਚੰਗਾ ਭਲਾ ਸਹਿਨਸ਼ੀਲਤਾ ਵਿੱਚ ਕੰਮਕਾਰ ਤੋਂ ਘਰੇ ਆਇਆ, ਇੱਕਦਮ ਕ੍ਰੋਧ ਦਾ ਜਨਮ ਹੋਇਆ, ਸਹਿਨਸ਼ੀਲਤਾ ਮਰ ਗਈ, ਮਨ ਦੈਂਤ ਬਣ ਗਿਆ। ਕ੍ਰੋਧ ਦੇ ਵਿੱਚ ਜੋ ਕੁਝ ਵੀ ਕਰ ਰਿਹਾ ਹੈ ਡਜ਼ਨਟ ਮੈਟਰ ਸਾਹਮਣੇ ਵਾਲਾ ਕੌਣ ਹੈ। ਉਹ ਆਪਣਾ ਪੁੱਤ ਵੀ ਹੋ ਸਕਦਾ ਹੈ, ਧੀ ਵੀ ਹੋ ਸਕਦੀ ਹੈ, ਪਤਨੀ ਵੀ ਹੋ ਸਕਦੀ ਹੈ, ਪਤੀ ਵੀ ਹੋ ਸਕਦਾ ਹੈ, ਉਹ ਮਾਪੇ ਵੀ ਹੋ ਸਕਦੇ ਹੈ। ਦੈਂਤਾਂ ਵਾਲਾ ਵਿਵਹਾਰ ਹੋਏਗਾ। ਆਖੋ ਵਾਹਿਗੁਰੂ। ਇਹ ਅੰਦਰ ਜਨਮ ਮਰਨ ਇੱਕ ਵਾਰੀ ਨਹੀਂ, 2 ਵਾਰੀ ਨਹੀਂ, ਵਾਰੋ ਵਾਰਾ ਜ਼ਿੰਦਗੀ ਦਾ ਹਿੱਸਾ ਹੀ ਬਣ ਗਿਆ। ਕਿਉਂ? ਅੰਧੇ ਗੁਰੂ ਤੇ ਭਰਮ ਨਾ ਜਾਈ। ਮਨ ਅੰਧਾ ਹੋ ਗਿਆ। ਇਹਨੇ ਸਹਾਰਾ ਕਿਹਦਾ ਲਿਆ? ਦੁਨਿਆਵੀ ਗਿਆਨ ਦਾ, ਲੋਭ ਲਾਲਚ ਦੀਆਂ ਪੂਰਤੀਆਂ ਵਾਲਾ ਗਿਆਨ। ਉਹ ਅੰਧਾ ਗੁਰੂ ਹੈ। ਆਖੋ ਵਾਹਿਗੁਰੂ। ਉਹਦੇ ਤੋਂ ਭਰਮ ਨਹੀਂ ਜਾਏਗਾ। ਉਸ ਗਿਆਨ ਨੇ ਤੇਰਾ ਭਰਮ ਨਹੀਂ ਦੂਰ ਕਰਨਾ। ਦੁਨਿਆਵੀ ਸਿਆਣਪਾਂ, ਦੁਨਿਆਵੀ ਚੁਸਤ ਚਲਾਕੀਆਂ, ਉਹ ਜਿਹੜਾ ਗਿਆਨ ਹੈ ਅੰਧਾ ਗੁਰੂ ਹੈ। ਸੱਚਾ ਗੁਰੂ, ਗੁਰੂ ਦੇ ਉਪਦੇਸ਼ਾਂ ਦਾ ਗਿਆਨ ਹੈ। ਸੱਚਾ ਗਿਆਨ ਹੈ। ਰੱਬ ਜਦੋਂ ਸੱਚਾ ਗਿਆਨ ਬਣ ਕੇ ਗੁਰਬਾਣੀ ਵਿੱਚੋਂ ਉਪਦੇਸ਼ ਬਣ ਕੇ ਸਾਡੇ ਅੰਦਰ ਪ੍ਰਵੇਸ਼ ਕਰਦੇ ਨੇ, ਫਿਰ ਸੱਚਾ ਗਿਆਨ ਹਰ ਥਾਂ ਤੇ ਦਿਖਾਈ ਦਿੰਦਾ, ਹਰ ਵਰਤਾਰੇ ਵਿੱਚੋਂ। ਉਹ ਝੂਠੇ ਗਿਆਨ, ਅੰਧਾ ਗੁਰੂ ਹੈ, ਉਹਦੇ ਨਾਲ ਭਰਮ ਨਹੀਂ ਜਾਂਦਾ। ਮੂਲ ਛੋੜ ਲਾਗੈ ਲਾਗੇ ਦੂਜੈ ਭਾਏ। ਮੂਲ ਛੋੜ ਲਾਗੇ, ਵਾਹਿਗੁਰੂ, ਮੂਲ ਛੋੜ ਲਾਗੇ ਦੂਜੈ ਭਾਏ। ਅਸਲੀ ਆਧਾਰ, ਤੇਰਾ ਅਸਲੀ ਮਾਰਗ, ਉਹਨੂੰ ਛੱਡ ਕੇ ਜਿੱਥੋਂ ਬਖਸ਼ਿਸ਼ ਮਿਲਣੀ ਸੀ ਉਹਨੂੰ ਛੱਡ ਦਿੱਤਾ। ਦੁਨਿਆਵੀ ਪ੍ਰਾਪਤੀਆਂ, ਜਿੱਥੋਂ ਤ੍ਰਿਸ਼ਨਾ ਵੱਧਦੀ ਜਾਣੀ ਹੈ, ਉਲਝਣ ਤਾਣੀ ਵੱਧਦੀ ਜਾਣੀ ਹੈ, ਉਹਦੇ ਪਾਸੇ ਲੱਗ ਗਿਆ ਮਨ। ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਜਿੰਨੇ ਵਾਰੀ ਜ਼ਿੰਦਗੀ 'ਚ ਕੁਸੰਗ ਕੀਤਾ, ਕੁਸੰਗੀਆਂ ਤੋਂ ਮਿਲੇ ਰਸ ਜਿਹੜੇ ਸੀ, ਜ਼ਹਿਰ ਦੇ ਰਸ ਸੀ, ਉਹ ਅੰਦਰ ਸੰਸਕਾਰ ਬਣ ਗਏ। ਉਹ ਅੰਦਰੋਂ ਸੰਸਕਾਰ ਨਿਕਲਦੇ ਨੇ, ਫਿਰ ਉਹੀ ਜ਼ਹਿਰ ਵਾਲੀ ਬਿਰਤੀ ਦੇ ਵਿੱਚ
ਉਲਝਦਾ ਰਹਿੰਦਾ ਹੈ। ਆਖੋ ਵਾਹਿਗੁਰੂ। ਮਾਇਆ ਕਰ ਮੂਲ ਜੰਤਰ ਭਰਮਾਏ। ਮਾਇਆ ਨੂੰ ਮੂਲ ਦੇ ਅਰਥ ਆਧਾਰ ਆਸਰਾ ਬਣਾ ਲਿਆ। ਰੋਂਗ ਅਟੈਂਸ਼ਨ ਨੂੰ ਹੀ ਆਸਰਾ ਬਣਾ ਲਿਆ। ਜ਼ਿੰਦਗੀ ਦੀ ਉਲਝਣ ਤਾਣੀ ਨੂੰ ਹੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਇਸ ਤਰ੍ਹਾਂ ਇਹ ਜੰਤਰ ਜੀਵ ਭਰਮੇ ਹੋਏ ਨੇ, ਭਟਕੇ ਹੋਏ ਨੇ। ਹਰ ਜੀਉ ਵਿਸਰਿਆ ਦੂਜੈ ਭਾਏ। ਜਦੋਂ ਰੱਬ ਨਾਲ ਪਿਆਰ ਹੁੰਦਾ ਹੈ, ਗੁਰੂ ਦੇ ਉਪਦੇਸ਼ ਅੰਦਰ ਪ੍ਰਵੇਸ਼ ਹੁੰਦੇ ਨੇ, ਗੁਰੂ ਦੇ ਉਪਦੇਸ਼ ਸੋਚ ਸੁਭਾਅ 'ਤੇ ਲਾਗੂ ਹੁੰਦੇ ਨੇ, ਫਿਰ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਰਾਹੀਂ ਰੱਬੀ ਮਿਲਾਪ ਬਣਦਾ ਹੈ। ਫਿਰ ਇਹ ਜਿਹੜਾ ਦੂਜੇ ਪਾਸੇ ਦੀ ਖਿੱਚ ਹੈ ਨਾ, ਤਦ ਕਿਤੇ ਜਾ ਕੇ ਇਹ ਪੈਦਾ ਹੁੰਦੀ ਹੈ। ਨਹੀਂ ਤਾਂ ਰੱਬ ਨੂੰ ਭੁਲਾ ਕੇ ਹਰ ਜੀਉ ਵਿਸਰਿਆ, ਜਦੋਂ ਅੰਦਰੋਂ ਰੱਬ ਵਿਸਰ ਗਿਆ, ਦੂਜੇ ਪਾਏ, ਦੂਜਾ ਪਾਸਾ ਇਹਨੂੰ ਚੰਗਾ ਲੱਗਦਾ ਹੈ। ਇਸ ਪਾਸੇ ਤੇ ਤੁਰਨਾ ਬੜਾ ਔਖਾ ਲੱਗਦਾ ਹੈ, ਇਹ ਮਾਰਗ ਔਖਾ ਲੱਗਦਾ ਹੈ, ਕਠਨ ਲੱਗਦਾ ਹੈ। ਉਧਰ ਉਲਝ ਰਿਹਾ ਹੈ। ਜੇ ਕਿਤੇ ਜਰਾ ਸੋਚ ਕੇ ਦੇਖੇ, ਉਹ ਕਿਹੜਾ ਸੌਖਾ ਹੈ। ਤੇਰੀ ਲਗਨ ਲੱਗੀ ਇਸ ਲਈ ਤੈਨੂੰ ਸੌਖਾ ਲੱਗ ਰਿਹਾ ਹੈ। ਜਿਸ ਨਦਰ ਕਰੇ ਸੋ ਪਰਮਗਤ ਪਾਏ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਫਿਰ ਗੁਰਮੁਖਤਾਈ ਵਾਲੀ ਅਵਸਥਾ, ਗੁਰਮਤ ਵਾਲੀ ਅਵਸਥਾ, ਇਹਨੂੰ ਪਰਮ ਪਦ ਕਹਿੰਦੇ ਨੇ। ਰੱਬੀ ਪਿਆਰ ਵਿੱਚ ਭਿੱਜਿਆ ਹੋਇਆ, ਗਿਆਨ ਰੂਪੀ ਨਾਮ ਨੂੰ ਸਮਰਪਿਤ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਤੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੀਵਨ ਜਿਉਣਾ। ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਲਈ ਪਰਉਪਕਾਰ ਕਰਨਾ, ਗੁਣਾਂ ਨਾਲ ਪਰਉਪਕਾਰ ਕਰਨਾ, ਸਮਾਜ ਦੇ ਭਲੇ ਲਈ, ਕੌਮ ਦੇ ਭਲੇ ਲਈ, ਤੇ ਰੱਬੀ ਮਾਰਗ ਦੀਆਂ ਵਿਚਾਰਾਂ ਕਰਨੀਆਂ, ਉਹਦੇ ਪਿਆਰ ਵਿੱਚ ਭਿੱਜੇ ਰਹਿਣਾ। ਇਹ ਅਵਸਥਾ ਦੂਜੀਆਂ ਅਵਸਥਾਵਾਂ ਨਾਲੋਂ ਚੰਗੀ ਹੈ, ਪਰਮਗਤ ਹੈ, ਉੱਚੀ ਅਵਸਥਾ ਹੈ। ਅੰਤਰ ਸਾਚ ਬਾਹਰ ਸਾਚ ਵਰਤਾਏ। ਉਹਦੇ ਅੰਦਰ ਵੀ ਸੱਚ ਵਸਿਆ ਹੁੰਦਾ ਹੈ। ਉਹਨਾਂ ਦੇ ਬੋਲਾਂ ਰਾਹੀਂ, ਉਹਨਾਂ ਦੇ ਪਰਉਪਕਾਰੀ ਕਰਮਾਂ ਰਾਹੀਂ ਬਾਹਰ ਵੀ ਸੱਚ ਵਰਤਦਾ। ਆਖੋ ਵਾਹਿਗੁਰੂ। ਉਹ ਆਪ ਇਸ ਆਨੰਦ ਨੂੰ ਮਾਣਦੇ ਨੇ, ਦੁਨੀਆ ਨੂੰ ਵੰਡਦੇ ਨੇ। ਉਹ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨਿਆਂ ਨੂੰ ਵੰਡ ਜਾਂਦੇ ਨੇ ਤੇ ਕਿੰਨਾ ਜ਼ਿੰਦਗੀ 'ਚ ਆਨੰਦ ਮਾਣ ਜਾਂਦੇ ਨੇ। ਸਾਚ ਨਾ ਛਪੈ ਜੇ ਕੋ ਰੱਖੈ ਛੁਪਾਏ। ਉਹ ਜੋ ਅੰਦਰ ਸੱਚ ਦਾ ਵਰਤਾਰਾ ਹੈ, ਉਹਨੂੰ ਜਿੰਨਾ ਮਰਜ਼ੀ ਕੋਈ ਛੁਪਾ ਲਵੇ, ਉਹ ਛੁਪਦਾ ਨਹੀਂ, ਪ੍ਰਗਟ ਹੁੰਦਾ ਹੈ ਬੋਲਾਂ ਰਾਹੀਂ, ਕਰਮਾਂ ਰਾਹੀਂ। ਗਿਆਨੀ ਬੁਝੈ ਸਹਿਜ ਸੁਭਾਏ। ਉਹ ਅਸਲੀ ਗਿਆਨਵਾਨ ਹੁੰਦੇ ਨੇ। ਉਹ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਜਾਂਦੇ ਨੇ, ਜ਼ਿੰਦਗੀ ਦੇ ਅਸਲੀ ਮਾਰਗ ਨੂੰ ਬੁੱਝ ਜਾਂਦੇ ਨੇ, ਬੁੱਝਦੇ ਨੇ ਗੁਰੂ ਦੇ ਉਪਦੇਸ਼ ਰਾਹੀਂ। ਅੰਦਰ ਗੂੜਾ ਪ੍ਰੇਰਿਤ ਹੁੰਦੀ ਹੈ ਸੁਭਾਏ, ਤੇ ਅੰਦਰ ਅਡੋਲਤਾ ਹੁੰਦੀ ਹੈ, ਅਡੋਲਤਾ ਵਿੱਚ ਜੀਵਨ ਜਿਉਂਦੇ ਨੇ। ਗੁਰਮੁਖ ਸਾਚ ਰਹਿਆ ਲਿਵ ਲਾਏ। ਉਹ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਰਾਹੀਂ, ਸੱਚੇ ਵਾਹਿਗੁਰੂ ਦੇ ਪਿਆਰ ਵਿੱਚ ਉਹਨਾਂ ਦੀ ਲਿਵ ਲੱਗੀ ਹੁੰਦੀ ਹੈ। ਉਹਨਾਂ ਨੂੰ ਇਸ ਮਾਰਗ ਦੇ ਨਾਲ ਗੂੜੀ ਖਿੱਚ, ਗੂੜਾ ਪਿਆਰ ਹੁੰਦਾ ਹੈ। ਹਉਮੈ ਮਾਇਆ ਸ਼ਬਦ ਜਲਾਏ। ਉਹ ਗੁਰੂ ਦੇ ਉਪਦੇਸ਼ ਰਾਹੀਂ ਅੰਦਰੋਂ ਹਉਮੈ ਮਾਰ ਲੈਂਦੇ ਨੇ, ਅੰਦਰ ਰੋਂਗ ਅਟੈਂਸ਼ਨ ਨੂੰ ਸਾੜ ਦਿੰਦੇ ਨੇ। ਮੇਰਾ ਪ੍ਰਭ ਸਾਚਾ ਮੇਲ ਮਿਲਾਏ। ਇਹ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਜਦੋਂ ਸੋਚ ਸੁਭਾਅ ਤੇ ਵਰਤਾਰਾ ਵਰਤਦਾ ਹੈ ਨਾ, ਇਸ ਤਰ੍ਹਾਂ ਮੇਰੇ ਪਿਆਰੇ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਮਿਲਾਪ ਕਰਵਾਉਂਦੇ ਨੇ, ਇਹ ਕੌਤਕ ਵਰਤਾਉਂਦੇ ਨੇ, ਇਸ ਤਰ੍ਹਾਂ ਬਖਸ਼ਿਸ਼ ਦਿੰਦੇ ਨੇ। ਸਤਿਗੁਰ ਦਾਤਾ ਸ਼ਬਦ ਸੁਣਾਏ। ਫਿਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜੋ ਸਤਿਗੁਰ ਸਰੂਪ ਹੈ ਨਾ, ਸੱਚਾ ਗਿਆਨ, ਉਹ ਦਾਤਾ ਹੈ। ਦਾਤ ਕਿਹੜੀ ਦਿੰਦਾ ਹੈ? ਸ਼ਬਦ, ਉਪਦੇਸ਼, ਉਪਦੇਸ਼ ਸੁਣਾਉਣਾ। ਇਹਨੂੰ ਸਮਝਿਓ, ਜਦੋਂ ਕੋਈ ਗੁਰਬਾਣੀ ਸੁਣਦਾ ਜਾਂ ਪੜ੍ਹਦਾ ਹੈ, ਕੀਰਤਨ ਸੁਣਦਾ ਜਾਂ ਪੜ੍ਹਦਾ ਹੈ, ਜਦੋਂ ਉਹਨੂੰ ਸਬਜੈਕਟ ਸਮਝ ਆ ਜਾਂਦਾ ਹੈ, ਸਮਝ ਆ ਜਾਂਦੇ ਨੇ, ਉਹ ਅਰਥ ਮੰਨਣ ਦੀ ਭਾਵਨਾ ਵਿੱਚ ਬਦਲ ਜਾਂਦੇ ਨੇ। ਅੰਦਰ ਮੰਨਣ ਦਾ ਜਜ਼ਬਾ ਬਦਲਦਾ ਹੈ, ਬਣਦਾ ਹੈ ਅੰਦਰ। ਇਹਦਾ ਮਤਲਬ ਸਤਿਗੁਰ ਸਰੂਪ ਨੇ ਸ਼ਬਦ ਸੁਣਾ ਦਿੱਤਾ। ਇਹੀ ਸਭ ਤੋਂ ਵੱਡੀ ਦਾਤ ਹੈ, ਇਹੀ ਬਖਸ਼ਿਸ਼ ਹੈ। ਆਖੋ ਇਹਦਾ ਅਸਰ ਇਹ ਹੁੰਦਾ ਹੈ, ਧਾਵਤ ਰਾਖੈ ਠਾਕ ਰਹਾਏ। ਇਹ ਮਨ ਜਿਹੜਾ ਦੂਜੇ ਪਾਸੇ ਨੂੰ ਭੱਜਦਾ ਹੈ ਨਾ, ਫਿਰ ਉਧਰੋਂ ਰੁਕ ਜਾਂਦਾ ਹੈ, ਗੁਰੂ ਦੇ ਮਾਰਗ ਤੇ ਤੁਰਦਾ ਹੈ। ਪੂਰੇ ਗੁਰ ਤੇ ਸੋਝੀ ਪਾਏ। ਪੂਰਾ ਗੁਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੇ ਉਪਦੇਸ਼ ਨੇ, ਗੁਰ ਸਰੂਪ ਹੈ। ਉਪਦੇਸ਼ ਮੰਨਣ ਨਾਲ, ਉਪਦੇਸ਼ ਸਮਝਣ ਨਾਲ ਹੀ ਸੋਝੀ ਮਿਲਦੀ ਹੈ। ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ। ਉਹ ਕਰਤਾ ਪੁਰਖ ਵਾਹਿਗੁਰੂ ਜੀ, ਜਿਹਨੇ ਸ੍ਰਿਸ਼ਟੀ ਨੂੰ ਸਿਰਜਿਆ, ਤੇ ਉਹੀ ਇਸ ਨੂੰ ਨਾਸ਼ ਕਰਦੇ ਨੇ। ਸਾਰੀ ਸ਼ਕਤੀ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ।
ਜਿਸ ਬਿਨ ਦੂਜਾ ਅਵਰ ਨਾ ਕੋਈ, ਉਹਦੇ ਤੋਂ ਬਿਨਾਂ ਕੋਈ ਦੂਸਰਾ ਨਹੀਂ। ਜ਼ਿੰਦਗੀ ਦੇ ਵਿੱਚ ਫਸਟ ਪ੍ਰਾਇਓਰਟੀ ਤੇ ਵਾਹਿਗੁਰੂ ਜੀ ਤੇ ਗੁਰੂ ਜੀ। ਪਹਿਲ ਦੇ ਆਧਾਰ ਤੇ, ਜਿਹਨੂੰ ਤਰਜੀਹ ਦੇਣਾ ਕਹਿੰਦੇ, ਉਹਨੂੰ ਪ੍ਰਾਇਓਰਟਾਈਜ਼ ਕਰਨਾ ਕਹਿੰਦੇ। ਪਹਿਲ ਦੇ ਆਧਾਰ ਤੇ, ਜਿਹਨੂੰ ਪ੍ਰਾਇਓਰਟੀ ਬੇਸਿਸ ਕਹਿੰਦੇ ਆ। ਜ਼ਿੰਦਗੀ ਵਿੱਚ ਇੱਕ ਨੰਬਰ ਤੇ ਸਭ ਤੋਂ ਕੀਮਤੀ, ਸਭ ਤੋਂ ਅਹਿਮ ਹੈ ਗੁਰੂ ਦਾ ਮਾਰਗ, ਰੱਬੀ ਮਾਰਗ ਅਖਵਾ। ਉਹਦੇ ਵਰਗਾ ਦੂਸਰਾ ਨਹੀਂ ਹੈ। ਬਾਕੀ ਸਭ ਕੁਝ ਸੈਕੰਡ, ਥਰਡ, ਲਾਸਟ ਆਪਸ਼ਨ ਹੋ ਸਕਦਾ। ਨਾਨਕ ਗੁਰਮੁਖ ਬੂਝੈ ਕੋਈ, ਹੈ ਨਾਨਕ ਜੀ, ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪੜਚੋਲ ਕੇ, ਸੋਚ ਸੁਭਾਅ ਨੂੰ ਸੰਵਾਰ ਕੇ, ਉਹਨੂੰ ਮੰਨਣ ਦੀ ਭਾਵਨਾ ਵਿੱਚ ਪ੍ਰੈਕਟੀਕਲ ਜਿਉਣ ਦੇ ਨਾਲ ਹੀ ਇਹ ਗੱਲ ਬੁੱਝੀ ਜਾਂਦੀ ਹੈ, ਇਹ ਸਮਝ ਆਉਂਦੀ ਹੈ ਇਸ ਮਾਰਗ ਦੀ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗੁਰੂ ਦੇ ਮਾਰਗ ਤੇ ਤੋਰੀ ਰੱਖਣ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ